ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟਰੂਡੋ ਨੇ ਦਿੱਤੀ ਹੋਲੀ ਦੀ ਵਧਾਈ, ਇਸ ਦਿਨ ਦੀ ਦੱਸੀ ਮਹੱਤਤਾ। ਕੈਨੇਡਾ ਵਿੱਚ ਵਰਕ ਪਰਮਿਟ ਹਾਸਲ ਕਰਨ ਦਾ ਮੌਕਾ, ਜਾਣੋ ਕੌਣ ਹਾਸਲ ਕਰ ਸਕਦੇ ਹਨ ਵਰਕ ਪਰਮਿਟ। ਫਾਈਲਾਂ ਦੇ ਫੈਸਲੇ ਵਿੱਚ ਕਿਉਂ ਦੇਰੀ, IRCC ਨੇ ਦੱਸਿਆ ਕਾਰਨ। ਕਦੋਂ ਨਿਕਲਣਗੇ ਵੱਡੇ ਡਰਾਅ ਤੇ ਰੋਕ ਦਾ ਕਾਰਨ ਆਇਆ ਸਾਹਮਣੇ। ਪੁਤਿਨ ਨੇ ਕੀਤਾ ਵੱਡਾ ਇਕੱਠ, ਪੁਤਿਨ ਨੇ ਕੀਤੀ ਫੌਜ ਦੀ ਤਾਰੀਫ। ਹੋਲੀ ਦੇ ਤਿਉਹਾਰ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਧਾਈ ਦਿੱਤੀ ਗਈ। ਇਸ ਮੌਕੇ ਤੇ ਹੋਲੀ ਦੇ ਤਿਉਹਾਰ ਦੇ ਬਾਰੇ ਜਸਟਿਨ ਟਰੂਡੋ ਗੱਲ ਕਰਦੇ ਹੋਏ ਦਿਖਾਈ ਦਿੱਤੇ। ਆਪਣੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਹਾਫ ਦੇ ਉੱਪਰ ਉਹਨਾਂ ਵੱਲੋਂ तमाम ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ ਗਈ। ਹੋਲੀ ਦੇ ਦਿਹਾੜੇ ਦੇ ਮੌਕੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਧਾਈ ਦਿੱਤੀ ਗਈ। ਦੱਸ ਦਈਏ ਕਿ ਅੱਜ ਹੋਲੀ ਦਾ ਦਿਹਾੜਾ ਭਾਰਤ ਅਤੇ ਉਹਨਾਂ तमाम ਦੇਸ਼ਾਂ ਵਿੱਚ ਮਨਾਇਆ ਗਿਆ ਜਿੱਥੇ ਭਾਰਤੀ ਭਾਈਚਾਰੇ ਦੇ ਲੋਕ ਵਸਦੇ ਹਨ। ਇਸ ਮੌਕੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਅਤੇ ਵਿਸ਼ਵ ਦੇ ਹਰ ਕੋਨੇ ਜਿੱਥੇ ਹਿੰਦੂ ਕਮਿਊਨਿਟੀਜ਼ ਵਸਦੀਆਂ ਨੇ, ਉਹਨਾਂ ਵੱਲੋਂ ਅੱਜ ਹੋਲੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਉਹਨਾਂ ਹੋਲੀ ਦੇ ਦਿਹਾੜੇ ਦੇ ਮੌਕੇ ਤੇ ਜ਼ਿਕਰ ਕਰਦਿਆਂ ਕਿਹਾ ਕਿ ਇਹ ਰੰਗਾਂ ਦਾ ਤਿਉਹਾਰ ਹੈ। ਹੋਲੀ ਦੇ ਦਿਹਾੜੇ ਮੌਕੇ ਸਰਦੀਆਂ ਦੀ ਸਮਾਪਤੀ ਹੋ ਜਾਂਦੀ ਹੈ ਤੇ ਸਪ੍ਰਿੰਗ ਸ਼ੁਰੂ ਹੋ ਜਾਂਦਾ ਹੈ। ਅੱਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਪਿਛਲੇ 2 ਸਾਲਾਂ ਦੌਰਾਨ ਅਸੀਂ ਕੋਈ ਵੀ ਤਿਉਹਾਰ ਨਹੀਂ ਮਨਾ ਸਕੇ ਕਿਉਂਕਿ ਕੋਵਿਡ-19 ਦੀ ਵਜ੍ਹਾ ਨਾਲ ਅਸੀਂ ਆਪਣੇ ਕਰੀਬੀਆਂ ਦੇ ਨਾਲ ਵੀ ਹੋਲੀ ਦਾ ਦਿਹਾੜਾ ਅਤੇ ਹੋਰ ਕਈ ਤਿਉਹਾਰ ਨਹੀਂ ਮਨਾ ਸਕੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਗੇ ਕਿਹਾ ਕਿ ਸਾਊਥ ਏਸ਼ੀਆ ਅਤੇ ਹੋਰ ਕਈ ਹਿੱਸਿਆਂ ਵਿੱਚ ਇਹ ਤਿਉਹਾਰ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਹਾਫ ਦੇ ਉੱਪਰ ਸਭ ਨੂੰ ਹੋਲੀ ਦੀ ਵਧਾਈ ਦਿੱਤੀ ਗਈ। ਕੈਨੇਡਾ ਤੋਂ ਵਰਕ ਪਰਮਿਟ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਕੁਝ ਲੋਕ ਕਿਵੇਂ ਆਸਾਨੀ ਨਾਲ ਕੈਨੇਡਾ ਵਿੱਚ ਵਰਕ ਪਰਮਿਟ ਹਾਸਲ ਕਰ ਸਕਦੇ ਨੇ। ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਤੋਂ ਪਤਾ ਚੱਲਿਆ ਕਿ ਜਿਹੜੇ ਫਿਲਮ ਅਤੇ ਟੀਵੀ ਖੇਤਰ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਬਿਨਾਂ LMIA ਦੇ ਵਰਕ ਪਰਮਿਟ ਹਾਸਲ ਕਰ ਸਕਦੇ ਨੇ। ਕਿਸ ਤਰ੍ਹਾਂ ਉਹ ਵਰਕ ਪਰਮਿਟ ਦੇ ਲਈ ਅਪਲਾਈ ਕਰਨਗੇ, ਇਹ ਵੀ IRCC ਵੱਲੋਂ ਦੱਸਿਆ ਗਿਆ। ਜਿਹੜੇ ਫਿਲਮ ਅਤੇ ਟੀਵੀ ਪ੍ਰੋਡਕਸ਼ਨ ਨਾਲ ਜੁੜੇ ਹੋਏ ਨੇ ਉਹਨਾਂ ਕੋਲ ਮੌਕਾ ਹੈ ਕਿ ਉਹ ਕੈਨੇਡਾ ਵਿੱਚ ਵਰਕ ਪਰਮਿਟ ਹਾਸਲ ਕਰ ਲੈਣ, ਪਰ ਉਹ ਅਜਿਹਾ ਕਿਸ ਤਰ੍ਹਾਂ ਕਰ ਸਕਦੇ ਨੇ, ਇਹ ਜਾਣਕਾਰੀ ਤੁਹਾਨੂੰ ਅਸੀਂ ਦੇਵਾਂਗੇ ਇਸ ਖਬਰ ਵਿੱਚ। ਕੈਨੇਡਾ ਸਰਕਾਰ ਵੱਲੋਂ ਟੀਵੀ ਅਤੇ ਪ੍ਰੋਡਕਸ਼ਨ ਨਾਲ ਜੁੜੇ ਹੋਏ ਜਿਹੜੇ ਵਰਕਰਸ ਨੇ ਉਹਨਾਂ ਨੂੰ ਕੈਨੇਡਾ ਵਿੱਚ ਵਰਕ ਪਰਮਿਟ ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਕੈਨੇਡਾ ਵੱਲੋਂ ਕੋਵਿਡ-19 ਦੇ ਕਾਰਨ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਢਿੱਲ ਦੇ ਦਿੱਤੀ ਗਈ ਹੈ। ਹੁਣ ਜਿਹੜੇ ਫੁੱਲੀ ਵੈਕਸੀਨੇਟਡ ਫੋਰਨ ਟਰੈਵਲਰਸ ਨੇ ਉਹ ਬਿਨਾਂ ਕਿਸੇ ਰੋਕ ਟੋਕ ਦੇ ਕੈਨੇਡਾ ਵਿੱਚ ਦਾਖਲ ਹੋ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਹੁਣ 2022 ਵਰ੍ਹਾ ਕੈਨੇਡਾ ਵਿੱਚ ਫਿਲਮ ਅਤੇ ਟੀਵੀ ਇੰਡਸਟਰੀ ਲਈ ਕਾਫੀ ਬਿਜ਼ੀ ਸਾਬਿਤ ਹੋਵੇਗਾ। ਕੈਨੇਡਾ ਵੱਲੋਂ ਟੀਵੀ ਅਤੇ ਫਿਲਮ ਵਿੱਚ ਕਾਫੀ ਇਨਵੈਸਟਮੈਂਟ ਕੀਤੀ ਜਾ ਰਹੀ ਹੈ। ਨੋਵਾ ਸਕੋਸ਼ੀਆ ਦੇ ਪ੍ਰੀਮੀਅਰ 12 ਤੋਂ 16 ਮਾਰਚ ਦੌਰਾਨ ਲਾਸ ਐਂਜਲਸ ਵਿੱਚ ਗਏ, ਜਿੱਥੇ ਉਹਨਾਂ ਵੱਲੋਂ ਡਿਜ਼ਨੀ, ਨੈਟਫਲਿਕਸ, NBC ਅਤੇ ਹੋਰ ਕਈ ਸਟੂਡੀਓਜ਼ ਨਾਲ ਮੀਟਿੰਗ ਕੀਤੀ ਗਈ। ਇਸ ਤੋਂ ਇਲਾਵਾ ਬਰਨਵੀ, ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਇੱਕ ਕਾਫੀ ਵੱਡਾ ਫਿਲਮ ਸਟੂਡੀਓ ਬਣਾਇਆ ਜਾ ਰਿਹਾ ਹੈ। ਦੱਸਿਏ ਕਿ ਜਿਹੜੇ ਫੋਰਨ ਟੀਵੀ ਤੇ ਫਿਲਮ ਕ੍ਰਿਊਜ਼ ਹਨ ਉਹਨਾਂ ਨੂੰ ਕੈਨੇਡਾ ਵਿੱਚ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਯਾਨੀ ਕਿ LMIA ਪ੍ਰੋਸੈਸ ਵਿੱਚੋਂ ਲੰਘਣ ਦੀ ਜ਼ਰੂਰਤ ਨਹੀਂ ਹੈ, ਭਾਵ ਕਿ ਉਹ LMIA ਤੋਂ ਬਿਨਾਂ ਹੀ ਕੈਨੇਡਾ ਵਿੱਚ ਵਰਕ ਪਰਮਿਟ ਹਾਸਲ ਕਰ ਸਕਦੇ ਨੇ। ਇਸ ਦੇ ਨਾਲ ਹੀ ਜਿਹੜੇ ਪ੍ਰੋਡਿਊਸਰ ਅਤੇ ਅਸੈਂਸ਼ੀਅਲ ਪਰਸਨ ਨੇ ਉਹਨਾਂ ਨੂੰ ਵੀ ਇਸ ਤੋਂ ਰਾਹਤ ਦਿੱਤੀ ਜਾ ਰਹੀ ਹੈ, ਜਿਹੜੇ ਕੈਨੇਡਾ ਵਿੱਚ ਆਸਾਨੀ ਨਾਲ ਵਰਕ ਪਰਮਿਟ ਲੈ ਸਕਦੇ ਨੇ। ਜਿਨ੍ਹਾਂ ਨੂੰ ਇਹ ਰਾਹਤ ਦਿੱਤੀ ਗਈ ਹੈ ਉਸ ਵਿੱਚ ਫਿਲਮ ਪ੍ਰੋਡਿਊਸਰ, ਅਸੈਂਸ਼ੀਅਲ ਪਰਸਨਲ, ਪਰਫਾਰਮਿੰਗ ਆਰਟਿਸਟ ਸ਼ਾਮਿਲ ਹਨ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਜਿਹੜੇ ਇਸ ਟੀਵੀ ਜਗਤ ਨਾਲ ਜਾਂ ਫਿਰ ਫਿਲਮਾਂ ਨਾਲ ਜੁੜੇ ਹੋਏ ਲੋਕ ਨੇ ਕੈਨੇਡਾ ਵਿੱਚ ਵਰਕ ਪਰਮਿਟ ਹਾਸਲ ਕਰ ਸਕਦੇ ਨੇ। ਇਸ ਦੀ ਡੀਟੇਲ ਉਹਨਾਂ ਵੱਲੋਂ ਆਪਣੀ ਵੈਬਸਾਈਟ ਦੇ ਉੱਪਰ ਵੀ ਦਿੱਤੀ ਗਈ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਫਿਲਮ ਟੀਵੀ 2020 ਦੇ ਰਾਹੀਂ ਜਿਹੜੇ ਫਿਲਮ ਅਤੇ ਟੀਵੀ ਜਗਤ ਦੇ ਨਾਲ ਜੁੜੇ ਹੋਏ ਨੇ ਉਹ ਵਰਕ ਪਰਮਿਟ ਹਾਸਲ ਕਰ ਸਕਣਗੇ, ਭਾਵ ਕਿ ਇਸ ਤਰ੍ਹਾਂ ਉਹ ਅਪਲਾਈ ਕਰ ਸਕਦੇ ਨੇ। ਬਾਕੀ ਦੀ ਸਾਰੀ ਜਾਣਕਾਰੀ IRCC ਦੀ ਵੈਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ। ਲਗਾਤਾਰ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਜਿਨ੍ਹਾਂ ਵੱਲੋਂ ਫਾਈਲਾਂ ਲਗਾਈਆਂ ਗਈਆਂ ਉਹਨਾਂ ਦੀਆਂ ਫਾਈਲਾਂ ਦੀ ਪ੍ਰੋਸੈਸਿੰਗ ਦੇ ਵਿੱਚ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ। ਹੁਣ IRCC ਵੱਲੋਂ ਇੱਕ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਫਾਈਲਾਂ ਦੀ ਪ੍ਰੋਸੈਸਿੰਗ ਦੇ ਵਿੱਚ ਸਮਾਂ ਕਿਉਂ ਲੱਗ ਰਿਹਾ ਹੈ ਤੇ ਨਾਲ ਹੀ ਕਿੰਨਾ ਬੈਕਲੌਗ ਉਹਨਾਂ ਵੱਲੋਂ ਹੁਣ ਤੱਕ ਕਲੀਅਰ ਕਰ ਦਿੱਤਾ ਗਿਆ, ਇਹ ਵੀ ਜਾਣਕਾਰੀ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ। ਫਾਈਲਾਂ ਦੇ ਬੈਕਲੌਗ ਨਾਲ ਸੰਬੰਧਿਤ ਲਗਾਤਾਰ ਸਵਾਲ ਪੁੱਛੇ ਜਾਂਦੇ ਨੇ। ਹੁਣ ਇਸ ਦੇ ਬਾਰੇ IRCC ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। IRCC ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤਹਿਤ ਕਿੰਨੀਆਂ ਫਾਈਲਾਂ ਪ੍ਰੋਸੈਸ ਕੀਤੀਆਂ ਗਈਆਂ ਹਨ।
ਜਾਣਕਾਰੀ ਮੁਤਾਬਕ ਪਿਛਲੇ 2 ਹਫ਼ਤਿਆਂ ਦੌਰਾਨ ਇਸ ਤਰ੍ਹਾਂ ਦੀਆਂ 4000 ਫਾਈਲਾਂ ਨੂੰ ਪ੍ਰੋਸੈਸ ਕੀਤਾ ਗਿਆ। ਭਾਵ ਕਿ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤਹਿਤ ਜੋ ਬੈਕਲੌਗ ਇਕੱਠਾ ਹੋਇਆ ਸੀ ਉਸ ਵਿੱਚੋਂ 4000 ਦੇ ਉੱਪਰ ਫੈਸਲਾ ਸੁਣਾ ਦਿੱਤਾ ਗਿਆ ਹੈ। ਮਾਰਚ 15, 2022 ਤੱਕ ਇਨ੍ਹਾਂ ਫਾਈਲਾਂ ਦੇ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਅਜੇ ਤੱਕ 41300 ਦਾ ਬੈਕਲੌਗ ਇਕੱਠਾ ਪਿਆ ਹੈ, ਜਿਸ ਦੇ ਉੱਪਰ ਫੈਸਲਾ ਸੁਣਾਉਣਾ ਬਾਕੀ ਹੈ। ਜਿਸ ਤੇਜ਼ੀ ਨਾਲ ਇਸ ਸਮੇਂ ਫਾਈਲਾਂ ਦੇ ਉੱਪਰ ਫੈਸਲਾ ਸੁਣਾਇਆ ਜਾ ਰਿਹਾ ਹੈ, ਇਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਜਲਦ ਇਨ੍ਹਾਂ ਫਾਈਲਾਂ ਨੂੰ ਨਿਪਟਾ ਲਿਆ ਜਾਵੇਗਾ। ਦੂਜੇ ਪਾਸੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਫਾਈਲਾਂ ਦਾ 10000 ਦਾ ਬੈਕਲੌਗ ਇਸ ਸਮੇਂ IRCC ਦੇ ਕੋਲ ਹੈ। ਪਿਛਲੇ 2 ਹਫ਼ਤਿਆਂ ਦੌਰਾਨ ਇਨ੍ਹਾਂ ਵਿੱਚੋਂ 2000 ਦੇ ਉੱਪਰ ਫੈਸਲਾ ਸੁਣਾ ਦਿੱਤਾ ਗਿਆ ਹੈ। ਇਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਸਪ੍ਰਿੰਗ ਤੱਕ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਸਾਰਾ ਬੈਕਲੌਗ ਖਤਮ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਇਮੀਗ੍ਰੇਸ਼ਨ ਮੰਤਰੀ ਵੱਲੋਂ ਹਾਲ ਹੀ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜਲਦ ਹੀ ਵੱਡੇ ਲੈਵਲ ਦੇ ਡਰਾਅ ਐਲਾਨ ਕੀਤੇ ਜਾਣਗੇ। ਭਾਵ ਕਿ ਉਨ੍ਹਾਂ ਵੱਲੋਂ ਜਲਦ ਹੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਫੈਡਰਲ ਲੈਵਲ ਦੇ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਜਾਣਗੇ, ਜਿਨ੍ਹਾਂ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਲਗਾਤਾਰ ਉਡੀਕ ਕੀਤੀ ਜਾ ਰਹੀ ਹੈ ਕਿ ਫੈਡਰਲ ਲੈਵਲ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਕਦੋਂ ਐਲਾਨ ਕੀਤੇ ਜਾਣਗੇ। ਇਸ ਦੀ ਤਾਰੀਖ ਦੀ ਜਿਹੜੀ ਹੈ ਉਡੀਕ ਕਾਫੀ ਦੇਰ ਤੋਂ ਕੀਤੀ ਜਾ ਰਹੀ ਹੈ। ਹੁਣ ਇੱਕ ਇੰਟਰਨਲ ਮੈਮੋ ਸਾਹਮਣੇ ਆਇਆ ਜਿਸ ਤੋਂ ਇਹ ਗੱਲ ਪਤਾ ਚੱਲੀ ਹੈ ਕਿ 2022 ਦੇ ਆਖਿਰ ਤੱਕ ਇਸ ਤਰ੍ਹਾਂ ਦੇ ਵੱਡੇ ਡਰਾਅ ਕੱਢੇ ਜਾਣਗੇ। ਐਕਸਪ੍ਰੈਸ ਐਂਟਰੀ ਸੰਬੰਧੀ ਯੋਜਨਾ ਕੀ ਹੈ ਵਿਭਾਗ ਦੀ, ਇਹ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਤੇ ਜਿਹੜੇ ਵੱਡੇ ਡਰਾਅ ਨੇ ਉਹਨਾਂ ਦੇ ਉੱਪਰ ਕਿੰਨੀ ਦੇਰ ਤੱਕ ਰੋਕ ਰਹਿਣ ਵਾਲੀ ਹੈ ਉਹ ਵੀ ਜਾਣਕਾਰੀ ਸਾਹਮਣੇ ਆਈ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਫੈਡਰਲ ਸਕਿਲਡ ਲੈਵਲ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਕਦੋਂ ਕੱਢੇ ਜਾਣਗੇ, ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਜੀ ਹਾਂ, ਇੱਕ ਇਮੀਗ੍ਰੇਸ਼ਨ ਇੰਟਰਨਲ ਮੈਮੋ ਤੋਂ ਜਾਣਕਾਰੀ ਸਾਹਮਣੇ ਆਈ ਹੈ ਜਿਸ ਵਿੱਚ ਪਤਾ ਚੱਲਿਆ ਕਿ 2022 ਦੇ ਆਖਿਰ ਤੱਕ ਫੈਡਰਲ ਲੈਵਲ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਜਾਣਗੇ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਐਕਸਪ੍ਰੈਸ ਐਂਟਰੀ ਸੰਬੰਧੀ IRCC ਦੀ ਕੀ ਯੋਜਨਾ ਹੈ। ਜੋ ਮੈਮੋ ਸਾਹਮਣੇ ਆਇਆ ਉਸ ਤੋਂ ਕਈ ਗੱਲਾਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਨਿਕਲ ਕੇ ਸਾਹਮਣੇ ਆਈਆਂ ਨੇ। ਇਸ ਦੇ ਵਿੱਚ ਦੱਸਿਆ ਗਿਆ ਹੈ ਕਿ 2022 ਦੇ ਆਖਿਰ ਤੱਕ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਰਾਹੀਂ ਉਮੀਦਵਾਰਾਂ ਨੂੰ ਸੱਦੇ ਦੇਣ ਦੀ ਸ਼ੁਰੂਆਤ ਮੁੜ ਤੋਂ ਕੀਤੀ ਜਾਵੇਗੀ। IRCC ਵੱਲੋਂ ਫੈਡਰਲ ਲੈਵਲ ਸਕਿਲਡ ਵਰਕਰ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਦੇ ਉੱਪਰ ਜੋ ਕੁਝ ਸਮੇਂ ਲਈ ਪੌਜ਼ ਲਗਾਇਆ ਗਿਆ ਹੈ ਇਸ ਨੂੰ ਅੱਗੇ ਵਧਾਇਆ ਜਾਵੇਗਾ, ਜੋ ਕਿ ਮਾਰਚ 31 ਤੱਕ ਜਾਰੀ ਰਹਿਣ ਵਾਲਾ ਹੈ। ਉਦੋਂ ਤੱਕ PNP ਡਰਾਅ ਲਗਾਤਾਰ ਕੱਢੇ ਜਾਣਗੇ। ਇਨ੍ਹਾਂ ਡਰਾਅ ਦੇ ਉੱਪਰ ਪੌਜ਼ ਇਸ ਕਾਰਨ ਲਗਾਇਆ ਗਿਆ ਹੈ ਤਾਂ ਕਿ IRCC ਵੱਲੋਂ ਬੈਕਲੌਗ ਨੂੰ ਕਲੀਅਰ ਕੀਤਾ ਜਾ ਸਕੇ। ਕੋਵਿਡ-19 ਦੇ ਕਾਰਨ ਇਹ ਬੈਕਲੌਗ ਕਾਫੀ ਇਕੱਠਾ ਹੋ ਗਿਆ, ਜਿਸ ਦੇ ਉੱਪਰ ਫੈਸਲਾ ਸੁਣਾਉਣ ਸੰਬੰਧੀ ਹੁਣ ਵਿਭਾਗ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਜੇਕਰ ਫਾਈਲਾਂ ਦੇ ਇਸ ਬੈਕਲੌਗ ਨੂੰ ਨਿਪਟਾ ਲਿਆ ਜਾਂਦਾ ਹੈ ਤਾਂ ਫਿਰ ਜੋ ਇਮੀਗ੍ਰੇਸ਼ਨ ਲੈਵਲਸ ਪਲਾਨ ਤੈਅ ਕੀਤਾ ਗਿਆ ਉਸ ਦਾ ਟਾਰਗੇਟ ਪੂਰਾ ਕੀਤਾ ਜਾ ਸਕੇਗਾ। 2021 ਵਾਸਤੇ ਟਾਰਗੇਟ ਤੈਅ ਕੀਤਾ ਗਿਆ ਸੀ ਕਿ ਇੱਥੇ 4,01,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ ਅਤੇ ਇਹ ਟਾਰਗੇਟ ਤੋਂ ਵੱਧ ਸੱਦੇ ਕੈਨੇਡਾ ਵੱਲੋਂ ਦਿੱਤੇ ਗਏ। ਇਸ ਸਮੇਂ IRCC ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜਲਦ ਐਕਸਪ੍ਰੈਸ ਐਂਟਰੀ ਬੈਕਲੌਗ ਨੂੰ ਖਤਮ ਕੀਤਾ ਜਾ ਸਕੇ। ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਇੱਕ ਵਿਸ਼ਾਲ ਇਕੱਠ ਕੀਤਾ ਗਿਆ। ਵੱਡੀ ਰੈਲੀ ਨੂੰ ਉਹਨਾਂ ਵੱਲੋਂ ਸੰਬੋਧਨ ਕੀਤਾ ਗਿਆ ਜਿੱਥੇ ਉਹਨਾਂ ਨੇ ਰਸ਼ੀਆ ਦੀ ਫੌਜ ਦੀ ਤਾਰੀਫ ਕੀਤੀ ਹੈ। ਪੁਤਿਨ ਦਾ ਕਹਿਣਾ ਹੈ ਕਿ ਜੋ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ ਉਹ ਬਿਲਕੁਲ ਠੀਕ ਹੈ। ਇਸ ਮੌਕੇ ਦੇ ਉੱਪਰ ਫੌਜ ਦੀ ਕਾਫੀ ਤਾਰੀਫ ਕਰਦੇ ਹੋਏ ਰਾਸ਼ਟਰਪਤੀ ਨਜ਼ਰ ਆਏ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਰਸ਼ੀਆ ਦੇ ਫੌਜੀਆਂ ਦੀ ਤਾਰੀਫ ਕੀਤੀ ਹੈ। ਇਹ ਵੱਡਾ ਇਕੱਠ ਪੁਤਿਨ ਵੱਲੋਂ ਮਾਸਕੋ ਵਿੱਚ ਕੀਤਾ ਗਿਆ ਜਿੱਥੇ ਫੁੱਟਬਾਲ ਸਟੇਡੀਅਮ ਵਿੱਚ ਵੱਡੀ ਗਿਣਤੀ ਲੋਕ ਇਕੱਠੇ ਹੋਏ। ਪੁਤਿਨ ਵੱਲੋਂ ਇਸ ਦੌਰਾਨ ਕਾਫੀ ਵਿਚਾਰ ਸਾਂਝੇ ਕੀਤੇ ਗਏ। ਯੂਕਰੇਨ ਉੱਪਰ ਜੋ ਹਮਲਾ ਕੀਤਾ ਗਿਆ ਉਸ ਨੂੰ ਪੁਤਿਨ ਨੇ ਸਹੀ ਦੱਸਿਆ, ਜਿਸ ਕਾਰਨ ਉਹਨਾਂ ਨੇ ਰਸ਼ੀਆ ਦੀਆਂ ਫੌਜਾਂ ਦੀ ਤਾਰੀਫ ਕੀਤੀ ਹੈ। ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਅੰਦਰ ਲੋਕ ਇਕੱਠੇ ਹੋਏ ਜਿਨ੍ਹਾਂ ਵੱਲੋਂ ਰੂਸੀ ਝੰਡੇ ਲਹਿਰਾਏ ਜਾ ਰਹੇ ਸਨ। ਇਸ ਦੌਰਾਨ ਵਲਾਦੀਮੀਰ ਪੁਤਿਨ ਵੱਲੋਂ ਇਨ੍ਹਾਂ ਲੋਕਾਂ ਨਾਲ ਵੱਡਾ ਵਾਅਦਾ ਕੀਤਾ ਗਿਆ। ਪੁਤਿਨ ਨੇ ਵਾਅਦਾ ਕੀਤਾ ਕਿ ਉਹ ਆਪਣੀਆਂ ਸਾਰੀਆਂ ਯੋਜਨਾਵਾਂ ਨੂੰ ਨੇਪਰੇ ਚਾੜਨਗੇ। ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਰੂਸੀ ਫੌਜ ਵੱਲੋਂ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ। ਉਦੋਂ ਤੋਂ ਹੀ ਹੁਣ ਤੱਕ ਯੂਕਰੇਨ ਦੇ ਉੱਪਰ ਲਗਾਤਾਰ ਬੰਬਾਰੀ ਰਸ਼ੀਆ ਵੱਲੋਂ ਕੀਤੀ ਜਾ ਰਹੀ ਹੈ। ਇਸ ਦੇ ਹਮਲੇ ਦਾ ਜਵਾਬ ਵੀ ਯੂਕਰੇਨ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ ਵੀ ਰਸ਼ੀਆ ਦੇ ਖਿਲਾਫ ਕਾਰਵਾਈ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਿੱਥੇ ਉਹਨਾਂ ਵੱਲੋਂ ਰਸ਼ੀਆ ਖਿਲਾਫ ਵੱਡੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਰਸ਼ੀਆ ਤੇ ਯੂਕਰੇਨ ਵੱਲੋਂ ਆਪਸ ਦੇ ਵਿੱਚ ਕਈ ਵਾਰ ਗੱਲ ਵੀ ਕੀਤੀ ਗਈ ਹੈ ਪਰ ਇਹ ਮੀਟਿੰਗ ਅਜੇ ਤੱਕ ਨੇਪਰੇ ਨਹੀਂ ਚੜ੍ਹ ਸਕੀ।
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜਨਵਰੀ ਮਹੀਨੇ ਦੌਰਾਨ ਰੀਟੇਲ ਸੇਲ ਵਿੱਚ ਵਾਧਾ ਹੋਇਆ। ਇੱਥੇ ਓਮਿਕਰੌਨ ਵੇਰੀਐਂਟ ਦਾ ਫੈਲਾਅ ਇਸ ਮਹੀਨੇ ਦੌਰਾਨ ਦਰਜ ਕੀਤਾ ਗਿਆ ਸੀ, ਪਰ ਇਸੇ ਮੌਕੇ ਇਹ ਵੀ ਦੇਖਿਆ ਗਿਆ ਕਿ ਵੱਖ-ਵੱਖ ਸੈਕਟਰ ਵਿੱਚ ਰੀਟੇਲ ਜਿਹੜੀ ਸੇਲ ਹੈ ਉਸ ਦੇ ਵਿੱਚ ਵਾਧਾ ਹੋਇਆ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਜਨਵਰੀ ਮਹੀਨੇ ਦੌਰਾਨ ਕੈਨੇਡਾ ਵਿੱਚ ਰੀਟੇਲ ਸੇਲ ਦੇ ਕੀ ਹਾਲਾਤ ਰਹੇ ਹਨ। ਜਾਣਕਾਰੀ ਮੁਤਾਬਕ ਇਸ ਮਹੀਨੇ ਰੀਟੇਲ ਸੇਲ ਵਿੱਚ ਵਾਧਾ ਦਰਜ ਕੀਤਾ ਗਿਆ, ਜੋ ਕਿ 3.2% ਦਾ ਦੱਸਿਆ ਗਿਆ। ਆંકੜਿਆਂ ਮੁਤਾਬਕ ਇਸ ਮਹੀਨੇ ਦੌਰਾਨ 58.9 ਬਿਲੀਅਨ ਡਾਲਰ ਦੀ ਰੀਟੇਲ ਸੇਲ ਹੋਈ ਹੈ, ਜੋ ਕਿ ਪਹਿਲਾਂ ਦੇ ਮੁਕਾਬਲੇ ਵੱਧ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਸ ਮਹੀਨੇ ਦੌਰਾਨ ਓਮਿਕਰੌਨ ਵੇਰੀਐਂਟ ਕਾਰਨ ਕਾਫੀ ਚੀਜ਼ਾਂ ਪ੍ਰਭਾਵਿਤ ਹੋਈਆਂ, ਪਰ ਇੱਕ ਚੰਗੀ ਖਬਰ ਇਹ ਸਾਹਮਣੇ ਆਈ ਕਿ ਰੀਟੇਲ ਸੇਲ ਵਿੱਚ ਵਾਧਾ ਹੋਇਆ। ਮੋਟਰ ਵਹੀਕਲ ਅਤੇ ਪਾਰਟਸ ਦੀ ਰੀਟੇਲ ਸੇਲ 5.3% ਨਾਲ ਵਧੀ। ਇਸ ਤੋਂ ਇਲਾਵਾ ਕਾਰ ਡੀਲਰਸ ਦੀ ਸੇਲ 5.5% ਵਧੀ। ਗੈਸੋਲੀਨ ਸਟੇਸ਼ਨਾਂ ਦੇ ਉੱਪਰ ਜੋ ਰੀਟੇਲ ਸੇਲ ਹੋਈ ਉਸ ਵਿੱਚ 2.9% ਦਾ ਵਾਧਾ ਦਰਜ ਕੀਤਾ ਗਿਆ। ਕੁੱਲ ਮਿਲਾ ਕੇ ਰੀਟੇਲ ਸੇਲ ਵਿੱਚ ਜਨਵਰੀ ਮਹੀਨੇ ਦੌਰਾਨ 2.9% ਦਾ ਵਾਧਾ ਹੋਇਆ। ਇਹ ਜਾਣਕਾਰੀ ਕੈਨੇਡੀਅਨ ਪ੍ਰੈਸ ਵੱਲੋਂ 18 ਮਾਰਚ 2022 ਨੂੰ ਪਬਲਿਸ਼ ਕੀਤੀ ਗਈ। ਦੱਸ ਦਈਏ ਕਿ ਕੈਨੇਡਾ ਵਿੱਚ ਹੁਣ ਹੌਲੀ-ਹੌਲੀ ਕਰਕੇ ਆਰਥਿਕਤਾ ਦੇ ਵਿੱਚ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਦੀ ਸਾਰੀ ਜਾਣਕਾਰੀ ਸਮੇਂ-ਸਮੇਂ ਤੇ ਸਟੈਟਿਸਟਿਕਸ ਕੈਨੇਡਾ ਵੱਲੋਂ ਦਿੱਤੀ ਜਾ ਰਹੀ ਹੈ। ਕੈਨੇਡਾ ਸਰਕਾਰ ਵੱਲੋਂ ਯਾਤਰਾ ਸੰਬੰਧੀ ਸਾਰੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ। ਉਸ ਤੋਂ ਬਾਅਦ ਹੁਣ 에ਅਰਲਾਈਨਸ ਵੱਲੋਂ ਇੱਕ ਤਿਆਰੀ ਕੀਤੀ ਜਾ ਰਹੀ ਹੈ। ਇਹ ਤਿਆਰੀ ਇਸ ਚੀਜ਼ ਨੂੰ ਲੈ ਕੇ ਹੈ ਕਿ ਹੁਣ ਹੌਲੀਡੇ ਸੀਜ਼ਨ ਵਿੱਚ ਕਾਫੀ ਲੋਕ ਯਾਤਰਾ ਕਰਨਗੇ। ਯਾਤਰਾ ਦਾ ਜੋ ਰਸ਼ ਪੈਣ ਵਾਲਾ ਇਸ ਨੂੰ ਲੈ ਕੇ ਹੁਣ 에ਅਰਲਾਈਨਸ ਆਪਣੀ ਤਿਆਰੀ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ, ਜਿਸ ਬਾਰੇ ਵੈਸਟਜੈਟ 에ਅਰਲਾਈਨ ਵੱਲੋਂ ਜਾਣਕਾਰੀ ਦਿੱਤੀ ਗਈ। ਸਮਰ ਟਰੈਵਲ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਦੀਆਂ ਕਈ 에ਅਰਲਾਈਨਸ ਹੁਣ ਤਿਆਰੀ ਕਰਨ ਲੱਗੀਆਂ ਨੇ। ਜੀ ਹਾਂ, ਵੈਸਟਜੈਟ ਵੱਲੋਂ ਕਿਹਾ ਗਿਆ ਹੈ ਕਿ ਇਸ ਵਾਰ ਬਿਜ਼ੀ ਸਮਰ ਟਰੈਵਲ ਸੀਜ਼ਨ ਹੋਣ ਵਾਲਾ ਹੈ, ਕਿਉਂਕਿ ਕੈਨੇਡਾ ਸਰਕਾਰ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ। ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਵੈਸਟਜੈਟ 에ਅਰਲਾਈਨ ਲਿਮਟਿਡ ਵੱਲੋਂ ਹੁਣ ਯਾਤਰਾ ਸੰਬੰਧੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਓਟਵਾ ਵੱਲੋਂ ਐਲਾਨ ਕਰਦਿਆਂ ਕਿਹਾ ਗਿਆ ਕਿ 1 ਅਪ੍ਰੈਲ ਤੋਂ ਜਿਹੜੇ ਯਾਤਰੀ ਕੈਨੇਡਾ ਵਿੱਚ ਦਾਖਲ ਹੋਣਗੇ, ਜੇਕਰ ਉਹਨਾਂ ਦੇ ਕਰੋਨਾ ਵੈਕਸੀਨ ਦੇ 2 ਟੀਕੇ ਲੱਗੇ ਹੋਏ ਨੇ ਤਾਂ ਉਹਨਾਂ ਨੂੰ ਕਰੋਨਾ ਨੈਗੇਟਿਵ ਟੈਸਟ ਦਿਖਾਉਣ ਦੀ ਵੀ ਜ਼ਰੂਰਤ ਨਹੀਂ ਹੋਏਗੀ, ਜਿਸ ਦਾ ਮਤਲਬ ਹੈ ਕਿ ਪ੍ਰੀ ਅਰਾਈਵਲ ਟੈਸਟ ਤੋਂ ਰਾਹਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਓਟਵਾ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਜਿਹੜੇ ਯਾਤਰੀ ਕੈਨੇਡਾ ਆਉਣਗੇ ਉਹਨਾਂ ਦਾ ਰੈਂਡਮ ਟੈਸਟ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ਸਰਕਾਰ ਵੱਲੋਂ ਕਰੋਨਾ ਪਾਬੰਦੀਆਂ ਸੰਬੰਧੀ ਸਮੇਂ-ਸਮੇਂ ਦੇ ਉੱਪਰ ਵੱਡੀ ਰਾਹਤ ਦਿੱਤੀ ਗਈ। ਪਿਛਲੇ ਦਿਨੀ PCR ਟੈਸਟ ਨੂੰ ਹਟਾਉਣ ਦੇ ਬਾਰੇ ਕਿਹਾ ਗਿਆ ਸੀ, ਜਿੱਥੇ ਯਾਤਰੀਆਂ ਵਾਸਤੇ ਜ਼ਰੂਰੀ ਕੀਤਾ ਗਿਆ ਕਿ ਉਹ ਰੈਪਿਡ ਟੈਸਟ ਕਰਵਾ ਕੇ ਕੈਨੇਡਾ ਆ ਸਕਣਗੇ, ਪਰ ਬਾਅਦ ਵਿੱਚ ਹੁਣ ਇਸ ਰੈਪਿਡ ਟੈਸਟਿੰਗ ਨੂੰ ਵੀ ਹਟਾ ਦਿੱਤਾ ਗਿਆ ਹੈ। ਕਾਫੀ ਦੇਰ ਤੋਂ 에ਅਰਲਾਈਨ ਇੰਡਸਟਰੀ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਯਾਤਰਾ ਨੂੰ ਮੁੜ ਤੋਂ ਆਮ ਵਾਂਗ ਕਰ ਦਿੱਤਾ ਜਾਵੇ। ਕਰੋਨਾ ਵਾਇਰਸ ਦੇ ਕਾਰਨ ਟਰੈਵਲ ਇੰਡਸਟਰੀ ਨੂੰ ਵੀ ਕਾਫੀ ਘਾਟਾ ਸਹਿਣਾ ਪਿਆ। ਮਾਰਚ 2020 ਤੋਂ ਹੀ ਯਾਤਰਾ ਸੰਬੰਧੀ ਕਾਫੀ ਪਾਬੰਦੀਆਂ ਲਗਾਈਆਂ ਗਈਆਂ। ਲਗਭਗ ਬਹੁਤ ਸਾਰੇ ਦੇਸ਼ ਅਜਿਹੇ ਸਨ ਜਿਨ੍ਹਾਂ ਵੱਲੋਂ ਮੁਕੰਮਲ ਤੌਰ ਦੇ ਉੱਪਰ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਸੀ, ਪਰ ਜਿਵੇਂ ਹੌਲੀ-ਹੌਲੀ ਸਥਿਤੀ ਵਿੱਚ ਸੁਧਾਰ ਹੁੰਦਾ ਗਿਆ ਤਾਂ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਵੀ ਸ਼ੁਰੂਆਤ ਕੀਤੀ ਜਾਂਦੀ ਰਹੀ। ਕੈਨੇਡਾ ਵੱਲੋਂ ਜੋ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਸਨ, ਉਹਨਾਂ ਨੂੰ ਵੀ ਹੌਲੀ-ਹੌਲੀ ਕਰਕੇ ਹਟਾਇਆ ਗਿਆ ਤੇ ਹੁਣ ਸਾਰੀਆਂ ਯਾਤਰਾ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਨੇ, ਜਿਸ ਤੋਂ ਬਾਅਦ 에ਅਰਲਾਈਨ ਇੰਡਸਟਰੀ ਦਾ ਕਹਿਣਾ ਹੈ ਕਿ ਇਸ ਵਾਰ ਦੇ ਹੌਲੀਡੇ ਸੀਜ਼ਨ ਦੇ ਵਿੱਚ ਕਾਫੀ ਲੋਕ ਯਾਤਰਾ ਕਰਨਗੇ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਹੁਣ ਤਿਆਰੀ ਕੀਤੀ ਜਾ ਰਹੀ ਹੈ। ਹੁਣ ਯਾਤਰੀ ਵੀ ਯਾਤਰਾ ਕਰਨ ਵਾਸਤੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ, ਕਿਉਂਕਿ ਯਾਤਰਾ ਬਿਲਕੁਲ ਹੁਣ ਆਮ ਵਾਂਗ ਹੋ ਰਹੀ ਹੈ। ਓਟਵਾ ਵਿੱਚ ਵੱਡੇ ਪੱਧਰ ਦੇ ਉੱਪਰ ਟਰੱਕ ਡਰਾਈਵਰਸ ਵੱਲੋਂ ਕਾਫੀ ਦਿਨ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਲਾਜ਼ਮੀ ਵੈਕਸੀਨੇਸ਼ਨ ਨੀਤੀ ਖਿਲਾਫ ਸੀ, ਪਰ ਇਸ ਦੌਰਾਨ ਓਟਵਾ ਸ਼ਹਿਰ ਦੇ ਉੱਪਰ ਕਾਫੀ ਬੋਝ ਪਿਆ, ਕਾਫੀ ਖਰਚ ਜਿਹੜਾ ਸੀ ਸ਼ਹਿਰ ਨੂੰ ਸਹਿਣਾ ਪੈ ਗਿਆ। ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ ਕਿੰਨਾ ਨੁਕਸਾਨ ਸ਼ਹਿਰ ਨੂੰ ਹੋਇਆ ਹੈ ਤੇ ਕਿਹੜੀਆਂ ਚੀਜ਼ਾਂ ਵਿੱਚ ਇਹ ਵੀ ਦੱਸਿਆ ਗਿਆ। ਓਟਵਾ ਵਿੱਚ ਜੋ ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਖਿਲਾਫ ਪ੍ਰਦਰਸ਼ਨ ਕੀਤਾ ਗਿਆ, ਇਸ ਕਾਰਨ ਓਟਵਾ ਸਿਟੀ ਨੂੰ ਕਾਫੀ ਨੁਕਸਾਨ ਹੋਇਆ। ਇਸ ਪ੍ਰਦਰਸ਼ਨ ਕਾਰਨ ਓਟਵਾ ਸਿਟੀ ਦੇ ਉੱਪਰ 36.6 ਮਿਲੀਅਨ ਡਾਲਰ ਦਾ ਖਰਚ ਆਇਆ। ਇਸ ਬਾਰੇ ਸਿਟੀ ਮੈਨੇਜਰ ਸਟੀਵ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਓਟਵਾ ਸਿਟੀ ਨੂੰ ਪ੍ਰਦਰਸ਼ਨ ਕਾਰਨ ਕਿੰਨਾ ਘਾਟਾ ਸਹਿਣਾ ਪੈ ਗਿਆ। ਉਹਨਾਂ ਮੁਤਾਬਕ ਓਟਵਾ ਪੁਲਿਸ ਰਿਸਪੌਂਸ ਨੇ 35 ਮਿਲੀਅਨ ਡਾਲਰ ਤੱਕ ਕਾਸਟ ਕੀਤੇ। ਇਸ ਵਿੱਚ RCMP ਡਿਪਲੋਇਮੈਂਟ ਦਾ ਖਰਚਾ ਵੀ ਸ਼ਾਮਿਲ ਹੈ। ਜਿਸ ਖਰਚੇ ਦੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਉਸ ਵਿੱਚ ਕੰਪਨਸੇਸ਼ਨ, ਵਹੀਕਲ ਐਕਸਪੈਂਸਸ, ਫੂਡ, ਅਕਮੋਡੇਸ਼ਨ ਅਤੇ ਆਪਰੇਸ਼ਨਲ ਸਪਲਾਈਜ਼ ਸ਼ਾਮਿਲ ਹਨ। ਇਸ ਦੇ ਨਾਲ ਹੀ ਸਿਟੀ ਮੈਨੇਜਰ ਵੱਲੋਂ ਦੱਸਿਆ ਗਿਆ ਕਿ ਜਿਸ ਖਰਚ ਦੀ ਉਹਨਾਂ ਨੇ ਗੱਲ ਕੀਤੀ ਹੈ, ਇਸ ਵਿੱਚ ਡੈਮੇਜ ਰਿਪੇਅਰ ਐਸਟੀਮੇਟ ਨੂੰ ਸ਼ਾਮਿਲ ਨਹੀਂ ਕੀਤਾ ਗਿਆ।
ਦੱਸ ਦਈਏ ਕਿ ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿੱਥੇ ਆਟਵਾ ਵਿੱਚ ਕਾਫੀ ਦਿਨ ਤੱਕ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ। ਇਨ੍ਹਾਂ ਟਰੱਕ ਡਰਾਈਵਰਸ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਲਾਜ਼ਮੀ ਵੈਕਸੀਨੇਸ਼ਨ ਨੀਤੀ ਨੂੰ ਖਤਮ ਕੀਤਾ ਜਾਵੇ। ਆਟਵਾ ਦੇ ਵਿੱਚ ਜੋ ਪ੍ਰਦਰਸ਼ਨ ਕਾਫੀ ਸਮੇਂ ਤੱਕ ਚੱਲਿਆ, ਇਸ ਦੌਰਾਨ ਕਈਆਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਤੇ ਪੁਲਿਸ ਵੱਲੋਂ ਸਖਤ ਐਕਸ਼ਨ ਵੀ ਲਿਆ ਗਿਆ। ਤੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਆਟਵਾ ਸਿਟੀ ਦੇ ਉੱਪਰ ਇਸ ਕਾਰਨ ਕਿੰਨਾ ਖਰਚਾ ਆ ਗਿਆ। ਰਸ਼ੀਆ ਵੱਲੋਂ ਯੂਕਰੇਨ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਲਗਾਤਾਰ ਬੰਬ ਸੁੱਟੇ ਜਾ ਰਹੇ ਨੇ, ਮਿਸਾਈਲਾਂ ਜਿਹੜੀਆਂ ਨੇ ਉਹ ਸੁੱਟੀਆਂ ਜਾ ਰਹੀਆਂ ਨੇ, ਪਰ ਯੂਕਰੇਨ ਵੱਲੋਂ ਵੀ ਲਗਾਤਾਰ ਹਾਲਾਤਾਂ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇੱਕ ਥੀਏਟਰ ਦੇ ਉੱਪਰ ਯੂਕਰੇਨ ਵੱਲੋਂ ਬੰਬ ਸੁੱਟੇ ਗਏ ਸੀ, ਜਿਸ ਬਾਰੇ ਹਾਲ ਹੀ 'ਚ ਜਾਣਕਾਰੀ ਸਾਹਮਣੇ ਆਈ। ਹੁਣ ਯੂਕਰੇਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇੱਥੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਵਿੱਚੋਂ 130 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਬਚਾਅ ਕਾਰਜ ਅਜੇ ਵੀ ਉੱਥੇ ਚਲਾਏ ਜਾ ਰਹੇ ਨੇ। ਯੂਕਰੇਨ ਵੱਲੋਂ ਲਗਾਤਾਰ ਬਚਾਅ ਕਾਰਜ ਚਲਾਏ ਜਾ ਰਹੇ ਨੇ। ਹੁਣ ਇੱਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਥੀਏਟਰ ਵਿੱਚੋਂ ਸੁਰੱਖਿਅਤ 130 ਜਾਣਿਆਂ ਨੂੰ ਕੱਢਿਆ ਗਿਆ ਹੈ ਤੇ ਲਗਾਤਾਰ ਇਸ ਤਰ੍ਹਾਂ ਦੇ ਆਪਰੇਸ਼ਨ ਚਲਾਏ ਜਾ ਰਹੇ ਨੇ। ਜੀ ਹਾਂ, ਯੂਕਰੇਨ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਥੀਏਟਰ ਵਿੱਚ ਜੋ ਲੋਕ ਫਸੇ ਹੋਏ ਸਨ ਉਹਨਾਂ ਵਿੱਚੋਂ 130 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸ ਦਈਏ ਕਿ ਇੱਥੇ ਰਸ਼ੀਆ ਵੱਲੋਂ 에ਅਰ ਸਟ੍ਰਾਈਕ ਕੀਤੀ ਗਈ ਸੀ। ਜੋ ਡਿਟੇਲ ਸਾਹਮਣੇ ਆਈ ਸੀ ਉਸ ਮੁਤਾਬਕ ਦੱਸਿਆ ਜਾ ਰਿਹਾ ਸੀ ਕਿ ਇੱਥੇ 1300 ਦੇ ਕਰੀਬ ਲੋਕ ਫਸੇ ਹੋਏ ਹਨ। ਹੁਣ 130 ਨੂੰ ਤਾਂ ਬਾਹਰ ਕੱਢ ਲਿਆ ਗਿਆ ਤੇ ਬਾਕੀਆਂ ਨੂੰ ਵੀ ਸੁਰੱਖਿਅਤ ਬਾਹਰ ਕੱਢਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਸ ਬਾਰੇ ਯੂਕਰੇਨ ਦੇ ਰਾਸ਼ਟਰਪਤੀ ਵੀ ਬੋਲੇ। ਉਹਨਾਂ ਨੇ ਆਨਲਾਈਨ ਐਡਰੈਸ ਰਾਹੀਂ ਦੱਸਿਆ ਕਿ ਇਸ ਸਾਈਟ ਦੇ ਉੱਪਰ ਲਗਾਤਾਰ ਬਚਾਅ ਕਾਰਜ ਚਲਾਏ ਜਾ ਰਹੇ ਨੇ, ਜਿੱਥੇ ਰੈਸਕਿਊ ਵਰਕਰਸ ਲਗਾਤਾਰ ਆਪਣੇ ਕੰਮ ਦੇ ਉੱਪਰ ਲੱਗੇ ਹੋਏ ਹਨ। ਇਸ ਤੋਂ ਇਲਾਵਾ ਇੱਕ ਸਟੇਟਮੈਂਟ ਸਾਹਮਣੇ ਆਈ ਸੀ, ਜਿੱਥੇ ਸਿਟੀ ਕੌਂਸਲ ਵੱਲੋਂ ਦੱਸਿਆ ਗਿਆ ਕਿ 30,000 ਦੇ ਕਰੀਬ ਰੈਜ਼ੀਡੈਂਟਸ ਅਜਿਹੇ ਹਨ ਜਿਹੜੇ ਹੁਣ ਤੱਕ ਕਿਸੇ ਤਰੀਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ, ਜਦਕਿ 3,50,000 ਅਜੇ ਵੀ ਫਸੇ ਹੋਏ ਨੇ। ਦੱਸ ਦਈਏ ਕਿ ਥੀਏਟਰ ਉੱਤੇ ਜੋ ਬੰਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ, ਇਸ ਬਾਰੇ ਰਸ਼ੀਆ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ, ਭਾਵ ਕਿ ਉਹਨਾਂ ਨੇ ਥੀਏਟਰ ਦੇ ਉੱਪਰ ਬੰਬ ਸੁੱਟੇ ਜਾਣ ਵਾਲੀ ਗੱਲ ਤੋਂ ਮਨਾ ਕਰ ਦਿੱਤਾ। ਇਸ ਬਾਰੇ ਰਸ਼ੀਆ ਦੀ ਫੋਰਨ ਮਿਨਿਸਟਰੀ ਸਪੋਕਸਵੂਮਨ ਬੋਲੇ। ਉਹਨਾਂ ਦਾ ਕਹਿਣਾ ਹੈ ਕਿ ਜੋ ਇਲਜ਼ਾਮ ਰਸ਼ੀਆ ਦੇ ਉੱਪਰ ਲਗਾਇਆ ਜਾ ਰਿਹਾ ਹੈ ਉਹ ਗਲਤ ਹੈ। ਰੂਸ ਵੱਲੋਂ ਯੂਕਰੇਨ ਦੇ ਇੱਕ 에ਅਰਪੋਰਟ ਦੇ ਉੱਪਰ ਹਮਲਾ ਕੀਤਾ ਗਿਆ, ਇਸ ਦੀ ਪੁਸ਼ਟੀ ਯੂਕਰੇਨ ਵੱਲੋਂ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇੱਥੇ 에ਅਰਪੋਰਟ ਦੇ ਉੱਪਰ ਮਿਸਾਈਲਾਂ ਸੁੱਟੀਆਂ ਗਈਆਂ ਤੇ ਇਸ ਦੌਰਾਨ ਇੱਕ ਜ਼ਖਮੀ ਹੋ ਗਿਆ, ਜਿਸ ਦਾ ਇਸ ਸਮੇਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਰਸ਼ੀਆ ਵੱਲੋਂ ਲਵੀਵ 에ਅਰਪੋਰਟ ਦੇ ਉੱਪਰ ਸਟ੍ਰਾਈਕ ਕੀਤੀ ਗਈ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਦੌਰਾਨ ਇੱਕ ਜਾਣੇ ਦੇ ਜ਼ਖਮੀ ਹੋਣ ਬਾਰੇ ਵੀ ਰਿਪੋਰਟ ਸਾਹਮਣੇ ਆਈ। ਜੀ ਹਾਂ, ਰਸ਼ੀਆ ਵੱਲੋਂ 에ਅਰਪੋਰਟ ਦੇ ਉੱਪਰ ਜੋ ਮਿਜ਼ਾਈਲ ਸਿੱਟੀ ਗਈ ਉਸ ਕਾਰਨ ਇੱਕ ਜਾਣਾ ਜ਼ਖਮੀ ਹੋਇਆ। ਇਸ ਬਾਰੇ ਮੇਅਰ ਵੱਲੋਂ ਡਿਟੇਲ ਸਾਂਝੀ ਕੀਤੀ ਗਈ ਹੈ। ਇਸ ਸ਼ਹਿਰ ਵਿੱਚ ਸਵੇਰੇ 6 ਵਜੇ ਦੇ ਕਰੀਬ 에ਅਰ ਰੇਡ ਸਾਇਰਨ ਸੁਣਾਈ ਦੇਣ ਲੱਗ ਪਏ। ਜਿਸ 에ਅਰਪੋਰਟ ਦੇ ਉੱਪਰ ਮਿਸਾਈਲ ਸੁੱਟੀ ਗਈ ਉਹ ਸਿਟੀ ਸੈਂਟਰ ਤੋਂ 6 ਕਿਲੋਮੀਟਰ ਦੀ ਦੂਰੀ ਦੇ ਉੱਪਰ ਸਥਿਤ ਹੈ। ਇਸ ਬਾਰੇ ਸੀਨੀਅਰ ਆਫੀਸ਼ੀਅਲ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਖੇਤਰ ਵਿੱਚ ਕਈ ਮਿਸਾਈਲਸ ਸੁੱਟੀਆਂ ਗਈਆਂ। ਇਸ ਦੌਰਾਨ ਜੋ ਇੱਕ ਵਿਅਕਤੀ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਜਿਸ ਸਮੇਂ ਜੰਗ ਦੀ ਸ਼ੁਰੂਆਤ ਹੋਈ ਉਸ ਸਮੇਂ ਹੀ ਯੂਕਰੇਨ ਵੱਲੋਂ ਆਪਣੀ 에ਅਰ ਸਪੇਸ ਨੂੰ ਬੰਦ ਕਰ ਦਿੱਤਾ ਗਿਆ। ਜਿਸ 에ਅਰਪੋਰਟ ਦੇ ਉੱਪਰ ਹੁਣ ਹਮਲਾ ਕੀਤਾ ਗਿਆ ਹੈ ਉਹ ਦੇਸ਼ ਦਾ ਬਿਜ਼ੀਐਸਟ 에ਅਰਪੋਰਟ ਹੈ, ਜਿੱਥੇ 50 ਇੰਟਰਨੈਸ਼ਨਲ ਰੂਟਸ ਯੂਰਪ ਨੂੰ ਜਾਂਦੇ ਨੇ। ਜਾਣਕਾਰੀ ਲਈ ਦੱਸ ਦਈਏ ਕਿ ਪਹਿਲੀ ਮੇਜਰ ਸਟ੍ਰਾਈਕ ਮਾਰਚ 13 ਨੂੰ ਕੀਤੀ ਗਈ ਸੀ, ਜਿੱਥੇ ਰਸ਼ੀਅਨ ਮਿਜ਼ਾਈਲਸ ਵੱਲੋਂ ਮਿਲਟਰੀ ਬੇਸ ਨੂੰ ਟਾਰਗੇਟ ਕੀਤਾ ਗਿਆ। ਇੱਥੇ ਰਸ਼ੀਆ ਵੱਲੋਂ ਬੇਸ ਦੇ ਉੱਪਰ 30 ਕਰੂਜ਼ ਮਿਜ਼ਾਈਲਸ ਸਿੱਟੀਆਂ ਗਈਆਂ, ਜਿਸ ਕਾਰਨ 35 ਲੋਕਾਂ ਦੀ ਮੌਤ ਹੋ ਗਈ। ਲਗਾਤਾਰ ਰੂਸ ਵੱਲੋਂ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ਵਿੱਚ ਹਮਲੇ ਕੀਤੇ ਜਾ ਰਹੇ ਨੇ, ਜਿਸ ਬਾਰੇ ਯੂਕਰੇਨ ਵੱਲੋਂ ਪੁਸ਼ਟੀ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਇਸ ਸਮੇਂ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ, ਇਸ ਬਾਰੇ ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਥੇਰੇਸਾ ਟੇਮ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਚਾਹੇ ਕਰੋਨਾ ਵਾਇਰਸ ਦੇ ਮਾਮਲੇ ਸੁਧਰ ਰਹੇ ਨੇ, ਮਾਮਲੇ ਪਹਿਲਾਂ ਦੇ ਮੁਕਾਬਲੇ ਘੱਟ ਹੋ ਰਹੇ ਨੇ, ਪਰ ਫਿਰ ਵੀ ਅਜੇ ਕੈਨੇਡੀਅਨਸ ਨੂੰ ਮਾਸਕ ਪਾਉਣ ਦੀ ਜ਼ਰੂਰਤ ਹੈ। ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਥੇਰੇਸਾ ਟੇਮ ਵੱਲੋਂ ਕਰੋਨਾ ਵਾਇਰਸ ਦੇ ਹਾਲਾਤਾਂ ਦੇ ਬਾਰੇ ਗੱਲ ਕੀਤੀ ਗਈ। ਉਹਨਾਂ ਦੱਸਿਆ ਕਿ ਕੈਨੇਡਾ ਵਿੱਚ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਲੱਗੇ ਨੇ, ਪਰ ਅਜੇ ਵੀ ਸਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਡਾਕਟਰ ਟੀਮ ਦਾ ਕਹਿਣਾ ਹੈ ਕਿ ਸਾਡੇ ਲਈ ਮਾਸਕ ਪਾਉਣਾ ਜ਼ਰੂਰੀ ਹੈ, ਇਸ ਨਾਲ ਸਾਡਾ ਹੀ ਬਚਾਅ ਹੋਏਗਾ। ਇਸ ਮੌਕੇ ਉਹਨਾਂ ਨੇ ਹੋਰ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। Of the Omicron variant is increasing in Canada, but at a slow rate, while other sublineages are declining or stable. The growth rate of BA.2 internationally appears to be highest where there is a combination of low booster coverage and where BA.1 has not already driven high infection rates. While evidence suggests BA.2 is more transmissible than BA.1,
BA.2 does not appear to be associated with more severe illness in vaccinated populations. However, it is still capable of causing severe disease among people without prior immunity, which underscores the importance of getting up to date with COVID-19 vaccines, including a booster if you're eligible. Over the past 2 years, Canadians have shown tremendous capacity to adapt to change and uncertainty as the pandemic has evolved. While COVID-19 is here to stay, we are now entering a period with more opportunities for in-person activities, gatherings, or travel. Some of us may be feeling a greater sense of comfort, while others may feel less at ease. Many people in Canada may be taking into consideration factors such as COVID-19 vaccination status, the level of COVID-19 activity locally, underlying medical conditions, and risk to personal contacts to make informed decisions. This includes choosing activities that are best for their individual and family situation and using personal protections. For example, to continue wearing a well-constructed, well-fitting mask as an important added layer of protection, even if not required by local authorities. We know that these proven practices, along with strong protection afforded by being up to date with your COVID-19 vaccines, have reduced the impact and severity of the pandemic. I encourage Canadians to show each other compassion and respect as we make decisions to protect ourselves, our families, and our communities, especially those at highest risk. ਬੱਚਿਆਂ ਨੂੰ ਕਿਹੜਾ ਕੋਵਿਡ-19 ਦਾ ਟੀਕਾ ਲਗਵਾਉਣਾ ਚਾਹੀਦਾ ਹੈ, ਇਸ ਬਾਰੇ ਡਾਕਟਰ ਟੀਮ ਬੋਲਦੇ ਹੋਏ ਦਿਖਾਈ ਦਿੱਤੇ। ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਫਾਈਜ਼ਰ ਦਾ ਟੀਕਾ ਹਾਸਲ ਕਰਨਾ ਚਾਹੀਦਾ ਹੈ। ਇਸੇ ਦੇ ਨਾਲ ਮੋਡਰਨਾ ਨੂੰ ਉਹਨਾਂ ਵੱਲੋਂ ਇੱਕ ਬਿਹਤਰੀਨ ਆਲਟਰਨੇਟਿਵ ਦੱਸਿਆ ਗਿਆ। NACI ਵੱਲੋਂ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਾਉਣ ਸੰਬੰਧੀ ਰეკਮੈਂਡੇਸ਼ਨ ਦਿੱਤੀ ਗਈ ਹੈ। NACI ਵੱਲੋਂ ਰეკਮੈਂਡ ਕੀਤਾ ਗਿਆ ਕਿ ਬੱਚਿਆਂ ਨੂੰ ਫਾਈਜ਼ਰ ਕੋਵਿਡ-19 ਵੈਕਸੀਨ ਹਾਸਲ ਕਰਨੀ ਚਾਹੀਦੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਮੋਡਰਨਾ ਨੂੰ ਇੱਕ ਸੂਟੇਬਲ ਆਲਟਰਨੇਟਿਵ ਦੱਸਿਆ ਗਿਆ। ਇਸ ਬਾਰੇ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਥੇਰੇਸਾ ਟੈਮ ਵੱਲੋਂ ਵਿਚਾਰ ਸਾਂਝੇ ਕੀਤੇ ਗਏ। ਦੱਸ ਦਈਏ ਕਿ ਹਾਲ ਹੀ ਵਿੱਚ ਹੈਲਥ ਕੈਨੇਡਾ ਵੱਲੋਂ 6 ਸਾਲ ਤੋਂ 11 ਸਾਲ ਵਾਲੇ ਬੱਚਿਆਂ ਦੇ ਲਈ ਮੋਡਰਨਾ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਤੇ ਹੁਣ ਇਹਨਾਂ ਟੀਕਿਆਂ ਬਾਰੇ ਕੀ ਡੀਟੇਲ ਸਾਹਮਣੇ ਆ ਰਹੀ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Role is simply to provide the scientific information about the effectiveness of vaccines, for example. And so it is up to the employer and Treasury Board to make those decisions. So I think that's the advice from our perspective is a technical one. So I know that those policies are under evaluation or review, including, for example, the federal mandates for the federal workers. And so I think you should certainly follow up with Treasury Board. Everyone appreciates the knowledge about vaccinations evolve over time. And I think with what's been the game changer, I think is the Omicron variant, which is a vaccine escape variant to a certain extent. The good news, of course, as everybody appreciate, is that the vaccine after 2 doses is really pretty good at protecting you against severe outcomes. And after a third dose or an additional dose, that protection against severe outcome is augmented. What is really being looked at is the impact of the vaccination against transmission and infection and also transmission. What we know is that with the Omicron virus, having 2 doses, particularly after a short period of time, the protection against infection and potentially further transmission goes really low. And you would then need the third dose to provide some augmentation of the protection against transmission and infection. And that also diminishes over time. So all of that should be taken into account as the employer or the federal government looks at the policies going forwards. ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਇਸ ਸਮੇਂ ਕਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਤੁਹਾਨੂੰ ਜਾਣੂ ਕਰਵਾਵਾਂਗੇ ਇਸ ਖਬਰ ਰਾਹੀਂ।
ਓਨਟਾਰੀਓ ਦੇ ਹਸਪਤਾਲ ਵਿੱਚ 615 ਮਰੀਜ਼ ਹਨ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ ਤੇ ਇੰਟੈਂਸਿਵ ਕੇਅਰ ਅਧੀਨ 193 ਦੀ ਗਿਣਤੀ ਦੱਸੀ ਗਈ ਹੈ। ਇੱਥੇ ਪ੍ਰੋਵਿੰਸ ਵਿੱਚ 24 ਘੰਟਿਆਂ ਦੌਰਾਨ 2502 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ। ਹੁਣ ਤੱਕ ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਕੋਰੋਨਾ ਵਾਇਰਸ ਦੇ ਕੁੱਲ 11,34,443 ਕੇਸਿਸ ਸਾਹਮਣੇ ਆ ਚੁੱਕੇ ਨੇ। 24 ਘੰਟਿਆਂ ਦੌਰਾਨ 6 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ, ਜਿਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ 12,313 ਦੇ ਉੱਪਰ ਪਹੁੰਚ ਗਿਆ। ਇੱਥੇ ਰਿਕਵਰਡ ਕੇਸਿਸ ਦੀ ਗਿਣਤੀ 11,06,136 ਦੇ ਕਰੀਬ ਦੱਸੀ ਗਈ ਹੈ ਤੇ ਇਸ ਤੋਂ ਇਲਾਵਾ ਜੋ ਵੈਕਸੀਨੇਸ਼ਨ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਉਸ ਦੇ ਮੁਤਾਬਕ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 90.8% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ, 92.8% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ 1 ਟੀਕਾ ਤੇ 55% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਡੋਜ਼ਸ ਹਾਸਲ ਕਰ ਲਏ ਗਏ ਨੇ। 5 ਸਾਲ ਤੋਂ 11 ਸਾਲ ਵਾਲਿਆਂ 'ਚ 55.3% ਦੀ ਉਹ ਨੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦਾ 1 ਟੀਕਾ ਤੇ 31.4% ਦੀ ਉਹ ਨੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਲਗਵਾ ਲਏ। ਇੱਥੇ ਟੈਸਟ ਪੋਜ਼ਿਟਿਵਿਟੀ ਰੇਟ 12.9% ਦਰਜ ਕੀਤਾ ਗਿਆ ਹੈ। ਕਿਊਬਿਕ ਦੇ ਹਸਪਤਾਲ ਵਿੱਚ 1021 ਮਰੀਜ਼ ਅਜਿਹੇ ਨੇ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ ਤੇ ਇੰਟੈਂਸਿਵ ਕੇਅਰ ਅਧੀਨ 45 ਦੀ ਗਿਣਤੀ ਦੱਸੀ ਗਈ ਹੈ। ਪ੍ਰੋਵਿੰਸ ਵਿੱਚ 24 ਘੰਟੇ ਦੌਰਾਨ 1170 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਅਤੇ 13 ਮੌਤਾਂ ਇਸ ਵਾਇਰਸ ਕਾਰਨ ਹੋਈਆਂ ਨੇ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 9,42,282 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 14,245 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਇੱਥੇ 5 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 91% ਅਜਿਹੇ ਨੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦਾ 1 ਟੀਕਾ, 87% ਦੀ ਆਬਾਦੀ ਉਹ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ ਤੇ 52% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਲਗਵਾ ਲਏ ਗਏ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨ। ਟਰੂਡੋ ਨੇ ਦਿੱਤੀ ਹੋਲੀ ਦੀ ਵਧਾਈ, ਇਸ ਦਿਨ ਦੀ ਦੱਸੀ ਮਹੱਤਤਾ। ਕੈਨੇਡਾ ਵਿੱਚ ਵਰਕ ਪਰਮਿਟ ਹਾਸਲ ਕਰਨ ਦਾ ਮੌਕਾ, ਜਾਣੋ ਕੌਣ ਹਾਸਲ ਕਰ ਸਕਦੇ ਹਨ ਵਰਕ ਪਰਮਿਟ। ਫਾਈਲਾਂ ਦੇ ਫੈਸਲੇ ਵਿੱਚ ਕਿਉਂ ਦੇਰੀ, IRCC ਨੇ ਦੱਸਿਆ ਕਾਰਨ। ਕਦੋਂ ਨਿਕਲਣਗੇ ਵੱਡੇ ਡਰਾਅ ਤੇ ਰੋਕ ਦਾ ਕਾਰਨ ਆਇਆ ਸਾਹਮਣੇ। ਪੁਤਿਨ ਨੇ ਕੀਤਾ ਵੱਡਾ ਇਕੱਠ, ਪੁਤਿਨ ਨੇ ਕੀਤੀ ਫੌਜ ਦੀ ਤਾਰੀਫ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।